ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸਾਧ ਸੰਗਤ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਇੱਕ ਦਿਨ ਗੁਰੂ ਜੀ ਲਾਹੌਰ ਦਿਸ਼ਾ ਵੱਲ ਦੂਰ ਤੱਕ ਸ਼ਿਕਾਰ ਖੇਡਦੇ ਚਲੇ ਗਏ। ਉਧਰ ਪਾਤਸ਼ਾਹ ਸ਼ਾਹਜਹਾਨ ਵੀ ਸ਼ਿਕਾਰ ਚੜ੍ਹਿਆ ਹੋਇਆ ਸੀ ਅਤੇ ਉਸ ਦਾ ਡੇਰਾ ਤੰਬੂਆਂ ਕਨਾਤਾਂ ਵਿੱਚ ਅਟਾਰੀ ਦੇ ਲਾਗੇ ਲੱਗਾ ਹੋਇਆ ਸੀ। ਉਸ ਦਿਨ ਉਹ ਸ਼ਿਕਾਰ ਚੜ੍ਹ ਕੇ ਅੰਮ੍ਰਿਤਸਰ ਵੱਲ ਆ ਗਿਆ। ਪਾਤਸ਼ਾਹ ਦੇ ਸ਼ਿਕਾਰੀਆਂ ਨੇ ਇੱਕ ਸੁਰਖਾਬ ਪਿੱਛੇ ਆਪਣਾ ਬਾਜ਼ ਛੱਡਿਆ। ਉਧਰੋਂ ਗੁਰੂ ਜੀ ਦੇ ਸ਼ਿਕਾਰੀਆਂ ਨੂੰ ਵੀ ਆਪਣਾ ਬਾਜ਼ ਛੱਡ ਦਿੱਤਾ। ਗੁਰੂ ਜੀ ਦਾ ਬਾਜ਼ ਸੁਰਖਾਬ ਨੂੰ ਫੜ ਕੇ ਹੇਠਾਂ ਆ ਗਿਆ ਤਾਂ ਉਸ ਦੇ ਨਾਲ ਹੀ ਪਾਤਸ਼ਾਹ ਦਾ ਬਾਜ਼ ਵੀ ਆ ਗਿਆ। ਗੁਰੂ ਜੀ ਦੇ ਸ਼ਿਕਾਰੀਆਂ ਨੇ ਦੋਵੇਂ ਬਾਜ਼ ਫੜ ਕੇ ਬੰਨ੍ਹ ਲਏ। ਪਾਤਸ਼ਾਹ ਦਾ ਚਿੱਟਾ ਬਾਜ਼ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਜਦ ਪਾਤਸ਼ਾਹ ਦਾ ਬਾਜ਼ ਵਾਪਸ ਨਾ ਗਿਆ ਤਾਂ ਉਸ ਦੇ ਸ਼ਿਕਾਰੀਆਂ ਨੇ ਉਸ ਦੀ ਭਾਲ ਕਰਕੇ ਵੇਖਿਆ ਕਿ ਉਹਨਾਂ ਦਾ ਬਾਜ਼ ਗੁਰੂ ਜੀ ਪਾਸ ਹੈ। ਪਰ ਉਹਨਾਂ ਜਦ ਗੁਰੂ ਜੀ ਤੋਂ ਬਾਜ਼ ਮੰਗਿਆ ਤਾਂ ਆਪ ਜੀ ਨੇ ਕਿਹਾ, ਇਹ ਹੁਣ ਸਾਡੀ ਸ਼ਰਨ ਵਿੱਚ ਆ ਗਿਆ ਹੈ, ਅਸੀਂ ਕਿਸੇ ਨੂੰ ਨਹੀਂ ਦੇ ਸਕਦੇ, ਇਹ ਸਾਡੇ ਪਾਸ ਹੀ ਰਹੇਗਾ। ਜਦ ਗੁਰੂ ਜੀ ਦੀ ਇਹ ਗੱਲ ਸ਼ਾਹਜਹਾਨ ਨੂੰ ਪਤਾ ਲੱਗੀ ਤਾਂ ਉਸਨੇ ਆਪਣੇ ਇੱਕ ਅਹਿਲਕਾਰ ਮੁਖਲਿਸ ਖਾਂ ਨੂੰ 7000 ਫੌਜ ਦੇ ਕੇ ਭੇਜਿਆ ਕਿ ਗੁਰੂ ਜੀ ਨੂੰ ਬਾਜ਼ ਸਹਿਤ ਫੜ ਕੇ ਮੇਰੇ ਪਾਸ ਲੈ ਆਓ। ਮੁਖਲਿਸ ਖਾਂ ਜਦ ਤਿਆਰੀ ਕਰਨ ਲੱਗਾ ਤਾਂ ਗੁਰੂ ਜੀ ਨੂੰ ਲਾਹੌਰੀ ਸਿੱਖਾਂ ਨੇ ਇਸ ਤਰ੍ਹਾਂ ਤਿਆਰੀ ਤੇ ਸ਼ਾਹੀ ਹੁਕਮ ਦੀ ਖਬਰ ਦੇ ਦਿੱਤੀ। ਇਹ ਖਬਰ ਸੁਣ ਕੇ ਗੁਰੂ ਜੀ ਨੇ ਸ਼ਾਹੀ ਸੈਨਾ ਦੀ ਰੋਕ ਵਾਸਤੇ ਸ਼ਹਿਰ ਦੇ ਲਾਹੌਰ ਵਾਲੇ ਪਾਸੇ ਉੱਚੇ ਟਿੱਬੇ ਉੱਤੇ ਇੱਕ ਦਿਨ ਰਾਤ ਵਿੱਚ ਹੀ ਬਹੁਤ ਸਾਰੇ ਆਦਮੀ ਲਗਾ ਕੇ ਇੱਕ ਤਕੜੀ ਵਲਗਣ ਕਰ ਦਿੱਤੀ। ਇਸ ਕੱਚੀ ਗੜੀ ਵਲਗਣ ਦੇ ਅੰਦਰ ਸ਼ਸਤਰ ਅਤੇ ਦਾਰੂ ਸਿੱਕਾ 500 ਯੋਧੇ ਬਿਠਾ ਦਿੱਤੇ। ਗੁਰੂ ਜੀ ਨੇ ਇਸ ਦਾ ਨਾਮ ਕਿਲਾ ਲੋਹਗੜ੍ਹ ਰੱਖਿਆ। ਦੂਸਰੇ ਦਿਨ ਸੰਧਿਆ ਸਮੇਂ ਤੁਰਕ ਸੈਨਾ ਨੇ ਸ਼ਹਿਰ ਉੱਤੇ ਹਮਲਾ ਆਣ ਕੀਤਾ। ਅੱਗੋਂ ਸਿੱਖ ਯੋਧਿਆਂ ਨੇ ਚੰਗਾ ਟਾਕਰਾ ਕੀਤਾ, ਪਰ ਤੁਰਕ ਸੈਨਾ ਬਹੁਤ ਤੇ ਚੰਗੇ ਸ਼ਸਤਰਾਂ ਸਹਿਤ ਹੋਣ ਕਰਕੇ ਜਦ ਸਿੱਖਾਂ ਨੂੰ ਆਪਣੀ ਕੁਝ ਕਮਜ਼ੋਰੀ ਜਾਪੀ ਤਾਂ ਗੁਰੂ ਜੀ ਨੇ ਆਪਣੇ ਕੁਝ ਯੋਧਿਆਂ ਨੂੰ ਕਿਹਾ ਕਿ ਮਹਿਲਾਂ ਵਿੱਚੋਂ ਸਾਰੇ ਪਰਿਵਾਰ ਨੂੰ ਕੱਢ ਕੇ ਰਾਮਸਰ ਵੱਲ ਲੈ ਚੱਲੋ। ਤਦ ਸਿੱਖਾਂ ਦਾ ਇੱਕ ਜਥਾ ਸ਼ੀਘਰ ਹੀ ਮਹਿਲਾਂ ਵਿੱਚੋਂ ਜਾ ਕੇ ਸਾਰੇ ਪਰਿਵਾਰ ਨੂੰ ਰਾਮਸਰ ਵੱਲ ਲੈ ਗਿਆ ਅਤੇ ਗੁਰੂ ਜੀ ਵੀ ਇੱਕ ਜਥਾ ਲੈ ਕੇ ਉੱਥੇ ਪਹੁੰਚ ਗਏ। ਉਪਰੰਤ ਤੁਰਕ ਸੈਨਾ ਨੇ ਸ਼ਹਿਰ ਵਿੱਚ ਦਾਖਲ ਹੋ ਕੇ ਗੁਰੂ ਜੀ ਦੇ ਘਰ ਲੁੱਟ ਲਏ ਅਤੇ ਉਹ ਮਠਿਆਈ ਵੀ ਲੁੱਟ ਕੇ ਖਾ ਲਈ ਜਿਹੜੀ ਬੀਬੀ ਦੇ ਵਿਆਹ ਵਾਸਤੇ ਤਿਆਰ ਕੀਤੀ ਹੋਈ ਸੀ। ਅਤੇ ਗੁਰੂ ਜੀ ਨੇ ਬਚਨ ਕੀਤਾ ਸੀ ਕਿ ਜੇ ਇਹ ਸਿੱਖਾਂ ਨੂੰ ਨਹੀਂ ਦਿੱਤੀ ਤਾਂ ਇਸ ਨੂੰ ਤੁਰਕ ਹੀ ਖਾਣਗੇ। ਰਾਮਸਰ ਤੋਂ ਗੁਰੂ ਜੀ ਨੇ ਸਿੰਘਾਂ ਦੇ ਇੱਕ ਜਥੇ ਨਾਲ ਆਪਣੇ ਸਾਰੇ ਪਰਿਵਾਰ ਨੂੰ ਝਬਾਲ ਭੇਜ ਦਿੱਤਾ। ਨਿਸ਼ਚਿੰਤ ਹੋ ਕੇ ਤੁਰਕ ਸੈਨਾ ਦਾ ਟਾਕਰਾ ਕਰਦੇ ਰਹੇ। ਯੁੱਧ ਲੋਹਗੜ੍ਹ ਦੇ ਕਿਲੇ ਤੋਂ ਸ਼ੁਰੂ ਹੋ ਕੇ ਗੁਰੂ ਕੇ ਮਹਿਲ ਅਤੇ ਰਾਮਸਰ ਤੋਂ ਹੁੰਦਾ ਹੋਇਆ ਰਾਤੋਂ ਰਾਤ ਤਰਨਤਾਰਨ ਦੇ ਰਾਹ ਉੱਤੇ ਚੱਬੇ ਪਿੰਡ ਦੀ ਜੂਹ ਵਿੱਚ ਪਹੁੰਚ ਗਿਆ। ਇਸ ਸਮੇਂ ਤੱਕ ਮੁਖਲਿਸ ਖਾਂ ਨੇ ਕੁਝ ਆਦਮੀ ਅਕਾਲ ਚਲਾਣੇ ਕਰ ਚੁੱਕੇ ਸਨ ਅਤੇ ਕੁਝ ਜਾਨਾਂ ਬਚਾ ਕੇ ਇੱਧਰ ਉੱਧਰ ਦੌੜ ਗਏ ਸਨ। ਕੇਵਲ 1000 ਦੇ ਲਗਭਗ ਹੀ ਯੋਧੇ ਉਸ ਪਾਸ ਰਹਿ ਗਏ ਸਨ। ਇੱਥੇ ਦੋਹਾਂ ਧਿਰਾਂ ਦੇ ਵਿਚਕਾਰ ਡਟ ਕੇ ਟਾਕਰਾ ਹੋਇਆ, ਜਿਸ ਵਿੱਚ ਮੁਖਲਿਸ ਖਾਂ ਬਹੁਤ ਸਾਰੇ ਸੈਨਿਕਾਂ ਸਹਿਤ ਮਾਰਿਆ ਗਿਆ ਅਤੇ ਉਸ ਦੇ ਬਾਕੀ ਦੇ ਆਦਮੀ ਮੈਦਾਨ ਛੱਡ ਕੇ ਭੱਜ ਗਏ। ਮੈਦਾਨ ਖਾਲੀ ਵੇਖ ਕੇ ਗੁਰੂ ਜੀ ਨੇ ਆਪਣੇ ਸ਼ਹੀਦ ਯੋਧਿਆਂ ਨੂੰ ਇਕੱਠਾ ਕਰਕੇ ਸੰਸਕਾਰ ਕਰਾ ਦਿੱਤਾ ਅਤੇ ਤੁਰਕ ਸੈਨਾ ਦੇ ਮੁਰਦਿਆਂ ਨੂੰ ਟੋਏ ਵਿੱਚ ਦਬਵਾ ਦਿੱਤਾ। ਇਸ ਸਥਾਨ ਤੇ ਜਿੱਥੇ ਇਹ ਸੰਗਰਾਮ ਯੁੱਧ ਹੋਇਆ ਸੀ, ਗੁਰਦੁਆਰਾ ਸੰਗਰਾਣਾ ਸਾਹਿਬ ਕਾਇਮ ਹੈ। ਸ਼ਹੀਦਾਂ ਦੀ ਯਾਦ ਵਿੱਚ ਇੱਥੇ ਵਿਸਾਖ ਦੀ ਪੂਰਨਮਾਸ਼ੀ ਨੂੰ ਹਰ ਸਾਲ ਮੇਲਾ ਲੱਗਦਾ ਹੈ। ਮੁਖਲਿਸ ਖਾਂ ਨਾਲ ਯੁੱਧ 3 ਦਿਨਾਂ ਵਿੱਚ ਫਤਿਹ ਹੋ ਗਿਆ। ਗੁਰੂ ਜੀ ਝਬਾਲ ਆਪਣੇ ਪਰਿਵਾਰ ਪਾਸ ਪਹੁੰਚ ਗਏ। ਭਾਈ ਧਰਮਚੰਦ, ਜਿਹੜਾ ਆਪਣੇ ਪੁੱਤਰ ਸਾਧੂ ਦੀ ਜੰਝ ਲੈ ਕੇ ਬੀਬੀ ਵੀਰੋ ਨੂੰ ਵਿਆਹੁਣ ਆਇਆ ਸੀ, ਉਹ ਵੀ ਇੱਕ ਦਿਨ ਪਹਿਲਾਂ ਹੀ ਗੁਰੂ ਜੀ ਦੇ ਸੁਨੇਹੇ ਅਨੁਸਾਰ ਝਬਾਲ ਪਹੁੰਚ ਚੁੱਕਾ ਸੀ। ਗੁਰੂ ਜੀ ਨੇ 26 ਜੇਠ ਵਾਲੇ ਦਿਨ ਸੰਮਤ 1685 ਬਿਕਰਮੀ ਨੂੰ ਬੀਬੀ ਦੇ ਫੇਰੇ ਸਾਧੂ ਰਾਮ ਨਾਲ ਦੇ ਦਿੱਤੇ ਅਤੇ ਉਪਰੰਤ ਉਸ ਦਿਨ ਹੀ ਆਪ ਬਾਕੀ ਪਰਿਵਾਰ ਨੂੰ ਸਿੱਖਾਂ ਦੇ ਜਥੇ ਨਾਲ ਲੈ ਕੇ ਤਰਨਤਾਰਨ ਦੇ ਰਸਤੇ ਗੋਇੰਦਵਾਲ ਪਹੁੰਚ ਗਏ।
ਇਹ ਖਬਰ ਜਦ ਸ਼ਾਹਜਹਾਨ ਨੂੰ ਹੋਈ ਤਾਂ ਉਸ ਦਾ ਸਿਪਾਹ ਸਲਾਰ ਮੁਖਲਿਸ ਖਾਂ ਬਹੁਤ ਸਾਰੀ ਫੌਜ ਨਾਲ ਗੁਰੂ ਜੀ ਦੇ ਹੱਥੋਂ ਮਾਰਿਆ ਗਿਆ। ਤਾਂ ਉਸਨੇ ਆਪਣੇ ਸਾਰੇ ਵਜ਼ੀਰਾਂ ਅਮੀਰਾਂ ਨਾਲ ਸਲਾਹ ਕੀਤੀ ਕਿ ਹੁਣ ਇੱਕ ਤਕੜੀ ਫੌਜ ਭੇਜੋ ਜਿਹੜੀ ਗੁਰੂ ਨੂੰ ਫੜ ਕੇ ਲੈ ਆਵੇ ਜਾਂ ਯੁੱਧ ਵਿੱਚ ਹੀ ਅਕਾਲ ਚਲਾਣੇ ਕਰਾ ਦੇਵੇ। ਪਰ ਜਦ ਛੇਤੀ ਹੀ ਪਾਤਸ਼ਾਹ ਨੂੰ ਉਸ ਦੇ ਆਦਮੀਆਂ ਪਾਸੋਂ ਪਤਾ ਲੱਗਾ ਕਿ ਗੁਰੂ ਜੀ ਅੰਮ੍ਰਿਤਸਰ ਛੱਡ ਕੇ ਕਿਸੇ ਹੋਰ ਪਾਸੇ ਨੂੰ ਚਲੇ ਗਏ ਹਨ ਤਾਂ ਉਸਨੇ ਕਿਹਾ, ਜੇ ਅੰਮ੍ਰਿਤਸਰ ਤੋਂ ਚਲੇ ਗਏ ਹਨ ਤਾਂ ਫਿਰ ਉਹਨਾਂ ਦਾ ਪਿੱਛਾ ਕਰਨਾ ਠੀਕ ਨਹੀਂ ਹੈ। ਫਿਰ ਕਿਸੇ ਸਮੇਂ ਉਹਨਾਂ ਤੋਂ ਸ਼ਾਹੀ ਸੈਨਾ ਨਾਲ ਟਾਕਰਾ ਲੈਣ ਦਾ ਬਦਲਾ ਲਿਆ ਜਾਵੇਗਾ। ਜਿਵੇਂ ਪਿੱਛੇ ਦੱਸਿਆ ਸੀ ਕਿ ਗੁਰੂ ਜੀ ਬੀਬੀ ਦਾ ਵਿਆਹ ਕਰਕੇ ਗੋਇੰਦਵਾਲ ਆ ਗਏ ਸਨ। ਇੱਥੇ 2 ਦਿਨ ਵਿਸ਼ਰਾਮ ਕਰਕੇ ਸਾਰੇ ਪਰਿਵਾਰ ਨੂੰ ਇੱਥੇ ਹੀ ਛੱਡ ਕੇ ਆਪ ਆਪਣੇ ਸਿੱਖ ਜਥੇ ਨਾਲ ਕਰਤਾਰਪੁਰ ਆ ਗਏ। ਮਾਤਾ ਕੌਲਾਂ ਜਿਹੜੀ ਕੁਝ ਸਮਾਂ ਪਹਿਲਾਂ ਹੀ ਗੁਰੂ ਜੀ ਨੇ ਕਰਤਾਰਪੁਰ ਭੇਜ ਦਿੱਤੀ ਹੋਈ ਸੀ, ਉਹ ਸਦਾ ਹੀ ਗੁਰੂ ਚਰਨਾਂ ਵਿੱਚ ਧਿਆਨ ਲਾਈ ਰੱਖਦੀ। ਇੱਕ ਦਿਨ ਗੁਰੂ ਜੀ ਨੇ ਇਹ ਅਨੁਭਵ ਕਰਕੇ ਕੌਲਾਂ ਦਾ ਅੰਤ ਸਮਾਂ ਆ ਗਿਆ ਹੈ, ਉਸ ਨੂੰ ਕਿਹਾ ਕਿ ਤੇਰੀ ਜੀਵਨ ਵਿੱਚ ਹੁਣ ਕੇਵਲ 4 ਘੜੀ ਬਾਕੀ ਰਹਿ ਗਈ ਹੈ। ਇਹ ਸਰੀਰ ਮਿਥਿਆ ਹੈ ਅਤੇ ਆਤਮਾ ਹੀ ਕੇਵਲ ਅਬਿਨਾਸ਼ੀ ਹੈ। ਤੂੰ ਆਪਣੇ ਆਤਮ ਸਰੂਪ ਵਿੱਚ ਬਿਰਤੀ ਨੂੰ ਜੋੜ ਲੈ, ਤੇਰਾ ਜਨਮ ਮਰਨ ਮਿਟ ਜਾਏਗਾ। ਮਾਤਾ ਕੌਲਾਂ ਗੁਰੂ ਜੀ ਦੇ ਬਚਨਾਂ ਅਨੁਸਾਰ ਆਪਣੀ ਬਿਰਤੀ ਨੂੰ ਜੋੜ ਕੇ ਬੈਠ ਗਈ ਅਤੇ ਸਰੀਰ ਤਿਆਗ ਕੇ ਸੱਚਖੰਡ ਨੂੰ ਚਲੀ ਗਈ। ਕਰਤਾਰਪੁਰ ਨਿਵਾਸ ਸਮੇਂ ਗੁਰੂ ਜੀ ਨੇ ਪੈਂਦੇ ਖਾਂ ਦਾ ਵਿਆਹ ਇੱਕ ਪਠਾਨ ਲੜਕੀ ਨਾਲ ਕਰਾ ਦਿੱਤਾ। ਰਹਿਣ ਵਾਸਤੇ ਉਸ ਨੂੰ ਇੱਕ ਮਕਾਨ ਬਣਵਾ ਦਿੱਤਾ ਅਤੇ ਆਗਿਆ ਕੀਤੀ ਕਿ ਹੁਣ ਤੂੰ ਘਰ ਹੀ ਰਿਹਾ ਕਰ, ਜਦ ਸਾਨੂੰ ਲੋੜ ਹੋਇਆ ਕਰੇਗੀ ਤੈਨੂੰ ਸੱਦ ਲਿਆ ਕਰਾਂਗੇ, ਤੂੰ ਹੁਣ ਘਰ ਦੇ ਸੁੱਖ ਭੋਗ। 1 ਮਹੀਨੇ ਦੇ ਨਿਵਾਸ ਉਪਰੰਤ ਵਰਖਾ ਦੀ ਰੁੱਤ ਕਰਕੇ ਮੀਂਹ ਬਹੁਤ ਪੈ ਰਹੇ ਸਨ। ਟੋਏ ਟਿੱਬੇ ਪਾਣੀ ਨਾਲ ਭਰ ਕੇ ਜਲ ਥਲ ਹੋ ਗਏ। ਇਸ ਸੁਹਾਵਣਾ ਮੌਸਮ ਵੇਖ ਕੇ ਗੁਰੂ ਜੀ ਬਿਆਸ ਨਦੀ ਦੇ ਕਿਨਾਰੇ ਰੋਹੇਲੇ ਪਿੰਡ ਪਾਸ ਉੱਚਾ ਲੰਮਾ ਤੇ ਖੁੱਲ੍ਹਾ ਟਿੱਬਾ ਵੇਖ ਕੇ ਦਰਿਆ ਦੇ ਸੱਜੇ ਹੱਥ ਡੇਰਾ ਲਾ ਲਿਆ। ਰੋਹੇਲੇ ਪਿੰਡ ਦਾ ਭਗਵਾਨ ਦਾਸ ਘੇਰੜ ਇਸ ਥੇ ਦੇ ਅਸਥਾਨ ਦੀ ਮਾਲਕੀ ਰੱਖਦਾ ਸੀ। ਉਸਨੇ ਜਦ ਵੇਖਿਆ ਕਿ ਗੁਰੂ ਜੀ ਨੇ ਆਪਣੇ ਸ਼ਸਤਰਧਾਰੀ ਯੋਧਿਆਂ ਨਾਲ ਇੱਥੇ ਮੇਰੀ ਜਗ੍ਹਾ ਉੱਤੇ ਆਣ ਕੇ ਡੇਰਾ ਕਰ ਲਿਆ ਹੈ ਤਾਂ ਉਸ ਨੂੰ ਸੰਸਾ ਹੋ ਗਿਆ ਕਿ ਇਹ ਮੇਰੀ ਜਗ੍ਹਾ ਹੀ ਨਾ ਸਾਂਭ ਲੈਣ ਕਿਤੇ, ਅਤੇ ਅੱਗੇ ਪਾਤਸ਼ਾਹ ਨਾਲ ਵੀ ਇਹਨਾਂ ਦਾ ਝਗੜਾ ਚੱਲ ਰਿਹਾ ਹੈ। ਫਿਰ ਘੇਰੜ ਨੇ ਗੁਰੂ ਜੀ ਨੂੰ ਆਣ ਕੇ ਆਖਿਆ, ਇਹ ਜਗ੍ਹਾ ਮੇਰੀ ਹੈ, ਆਪ ਇੱਥੋਂ ਡੇਰਾ ਚੁੱਕ ਲਵੋ। ਗੁਰੂ ਜੀ ਨੇ ਕਿਹਾ, ਅਸੀਂ ਇੱਥੇ ਕੁਝ ਦਿਨਾਂ ਵਾਸਤੇ ਹੀ ਆਏ ਹਾਂ, ਜੇ ਅਸੀਂ ਪੱਕਾ ਡੇਰਾ ਕਰਨਾ ਹੋਇਆ ਤਾਂ ਤੈਨੂੰ ਇਸ ਜਗ੍ਹਾ ਦਾ ਮੁੱਲ ਦੇ ਦਿਆਂਗੇ। ਘੇਰੜ ਨੇ ਕਿਹਾ, ਮੈਂ ਇਸ ਦਾ ਮੁੱਲ ਨਹੀਂ ਲੈਣਾ, ਆਪ ਕਿਰਪਾ ਕਰਕੇ ਆਪਣਾ ਡੇਰਾ ਚੁੱਕ ਲਵੋ। ਜਦ ਘੇਰੜ ਇਹ ਗੱਲਾਂ ਕਰਕੇ ਚਲਿਆ ਗਿਆ ਤਾਂ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਆਖਿਆ ਕਿ ਇਹ ਜਗ੍ਹਾ ਸਾਨੂੰ ਬੜੀ ਪਸੰਦ ਹੈ, ਇਸ ਵਾਸਤੇ ਅਸੀਂ ਇੱਥੇ ਨਗਰ ਵਸਾਉਣਾ ਚਾਹੁੰਦੇ ਹਾਂ। ਇਹ ਸਲਾਹ ਕਰਕੇ ਗੁਰੂ ਜੀ ਨੇ ਲਾਗੇ ਦੇ ਪਿੰਡਾਂ ਤੋਂ ਬਹੁਤ ਸਾਰੇ ਕਾਰੀਗਰ ਤੇ ਮਜ਼ਦੂਰ ਮੰਗਵਾ ਕੇ ਅਰਦਾਸਾਂ ਕਰਕੇ ਇੱਕ ਕੋਟ ਦੀ ਉਸਾਰੀ ਆਰੰਭ ਕਰਾ ਦਿੱਤੀ। ਇਸ ਕਾਰਵਾਈ ਦਾ ਪਤਾ ਜਦ ਘੇਰੜ ਭਗਵਾਨ ਦਾਸ ਨੂੰ ਲੱਗਾ ਤਾਂ ਉਹ ਗੁਰੂ ਜੀ ਪਾਸ ਆਣ ਕੇ ਵੱਧ ਘੱਟ ਬੋਲਣ ਲੱਗਾ। ਭਾਈ ਬਿਧੀ ਚੰਦ ਅਤੇ ਸਿੱਖਾਂ ਦੇ ਸਮਝਾਉਣ ਤੇ ਵੀ ਜਦ ਉਹ ਚੁੱਪ ਨਾ ਕੀਤਾ ਤਾਂ ਸਿੱਖਾਂ ਨੇ ਉਸ ਨੂੰ ਚੁੱਕ ਕੇ ਦਰਿਆ ਵਿੱਚ ਸੁੱਟ ਦਿੱਤਾ, ਜਿੱਥੋਂ ਉਸ ਦੀ ਲੋਥ ਵੀ ਹੱਥ ਨਾ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।